ਜੋਇਲ ਨਬੀ ਦੀ ਕਿਤਾਬ ਇਹ ਭਵਿੱਖਬਾਣੀ ਦੀਆਂ ਕਵਿਤਾਵਾਂ ਦਾ ਇੱਕ ਛੋਟਾ ਸੰਗ੍ਰਹਿ ਹੈ ਜੋ ਸ਼ਕਤੀਸ਼ਾਲੀ ਅਤੇ ਨਾਲ ਹੀ ਗੁੰਝਲਦਾਰ ਹੈ। ਕੁਝ ਕਾਰਨਾਂ ਦੇ ਕਾਰਨ ਜੋਇਲ ਨਬੀਆਂ ਵਿੱਚੋਂ ਵਿਲੱਖਣ ਹੈ। ਸਭ ਤੋਂ ਪਹਿਲਾਂ ਇਸ ਦੇ ਬਾਰੇ ਕੋਈ ਸਪਸ਼ਟ ਸੰਕੇਤ ਨਹੀਂ ਹੈ ਕਿ ਇਸ ਪੁਸਤਕ ਨੂੰ ਕਦੋਂ ਲਿਖਿਆ ਗਿਆ। ਸਭ ਤੋਂ ਵੱਧ ਸੰਭਾਵਨਾ ਅਜ਼ਰਾ ਨਹਮੀਆ ਦੇ ਸਮੇਂ ਦੀ ਹੈ, ਅਰਥਾਤ ਗੁਲਾਮੀ ਤੋਂ ਵਾਪਸ ਆਉਣ ਤੋਂ ਬਾਅਦ ਦਾ ਸਫ਼ਰ, ਕਿਉਂਕਿ ਉਹ ਯਰੂਸ਼ਲਮ ਅਤੇ ਹੈਕਲ ਦੇ ਬਾਰੇ ਦੱਸਦਾ ਹੈ, ਪਰ ਇਹ ਜਾਪਦਾ ਹੈ ਕਿ ਉੱਥੋਂ ਦਾ ਕੋਈ ਰਾਜਾ ਨਹੀਂ ਹੈ। ਵਿਲੱਖਣਤਾ ਇਹ ਵੀ ਹੈ ਕਿ ਜੋਇਲ ਪਵਿੱਤਰ ਸ਼ਾਸਤਰ ਦੀਆਂ ਦੂਸਰੀਆਂ ਅਨੇਕਾਂ ਕਿਤਾਬਾਂ ਦਾ ਚੰਗਾ ਜਾਣਕਾਰ ਹੈ। ਉਹ ਨਬੀ ਯਸ਼ਾਇਆ, ਅਮੋਸ, ਸਫਨਿਆ, ਨਹੂਮ, ਓਬਦੀਆ, ਹਿਜ਼ਕੀਏਲ, ਮਲਾਕੀ, ਇੱਥੋਂ ਤੱਕ ਕਿ ਕੂਚ ਦੀ ਕਿਤਾਬ ਤੋਂ ਹਵਾਲਾ ਦਿੰਦਾ ਹੈ ਅਤੇ ਇਹ ਅੰਤਿਮ ਵਿਲੱਖਣ ਵਿਸ਼ੇਸ਼ਤਾ ਨਾਲ ਵੀ ਜੁੜਿਆ ਹੋਇਆ ਹੈ, ਅਤੇ ਉਹ ਇਹ ਹੈ ਕਿ ਜੋਇਲ ਨੇ ਇਸਰਾਇਲ ਤੇ ਕਦੀ ਵੀ ਕਿਸੇ ਪਾਪ ਦੇ ਲਈ ਦੋਸ਼ ਨਹੀਂ ਲਗਾਇਆ, ਅਤੇ ਹੋਰ ਨਬੀਆਂ ਦੀ ਤਰ੍ਹਾਂ ਉਸਨੇ ਵੀ ਇਹ ਘੋਸ਼ਣਾ ਕੀਤੀ ਕਿ ਇਸਰਾਇਲ ਦੇ ਪਾਪਾਂ ਲਈ ਪਰਮੇਸ਼ਵਰ ਦਾ ਦੰਡ ਆਉਣ ਵਾਲਾ ਹੈ, ਪਰ ਉਸਨੇ ਕਦੀ ਵੀ ਨਹੀਂ ਦੱਸਿਆ ਕਿ ਅਜਿਹਾ ਕਿਉਂ ਹੋਵੇਗਾ। ਅਤੇ ਇਹ ਸਭ ਤੋਂ ਵੱਧ ਸੰਭਾਵਨਾ ਹੈ ਕਿ ਜੋਇਲ ਇਹ ਮੰਨਦਾ ਹੈ ਕਿ ਉਸ ਵਾਂਗ ਤੁਸੀਂ ਦੂਜੇ ਨਬੀਆਂ ਦੀਆਂ ਕਿਤਾਬਾਂ ਨੂੰ ਪੜ੍ਹ ਰਹੇ ਹੋ, ਇਸ ਲਈ ਤੁਸੀਂ ਪਹਿਲਾਂ ਹੀ ਇਸਰਾਇਲ ਦੇ ਵਿਦਰੋਹ ਬਾਰੇ ਸਭ ਕੁਝ ਜਾਣਦੇ ਹੋ। ਹੁਣ ਇਹ ਤਿੰਨ ਵਿਸ਼ੇਸ਼ਤਾਵਾਂ ਮਿਲ ਕੇ ਸਾਨੂੰ ਇਹ ਸ਼ਾਨਦਾਰ ਛੋਟੀ ਜਿਹੀ ਕਿਤਾਬ ਨੂੰ ਸਮਝਣ ਵਿੱਚ ਮਦਦ ਕਰਨਗੀਆਂ। ਜੋਇਲ ਬਾਈਬਲ ਦਾ ਇੱਕ ਅਜਿਹਾ ਲੇਖਕ ਹੈ ਜੋ ਖੁਦ ਬਾਈਬਲ ਲਿਖਤਾਂ ਵਿੱਚ ਡੁੱਬਿਆ ਹੋਇਆ ਸੀ ਅਤੇ ਉਹਨਾਂ ਉੱਤੇ ਉਸ ਦੇ ਵਿਚਾਰਾਂ ਨੂੰ ਆਪਣੇ ਦਿਨਾਂ ਵਿੱਚ ਘਟਨਾਵਾਂ ਨੂੰ ਸਮਝਣ ਵਿੱਚ ਮਦਦ ਕੀਤੀ, ਪਰ ਉਹਨਾਂ ਨੇ ਉਸ ਨੂੰ ਭਵਿੱਖ ਲਈ ਉਮੀਦ ਵੀ ਦਿੱਤੀ। ਆਓ ਗਹਿਰਾਈ ਵਿੱਚ ਚੱਲੀਏ ਅਤੇ ਵੇਖੀਏ ਕਿ ਇਹ ਕਿਤਾਬ ਕਿਵੇਂ ਕੰਮ ਕਰਦੀ ਹੈ। ਅਧਿਆਏ 1 ਅਤੇ 2 ਵਿੱਚ ਜੋਇਲ ਪਰਮੇਸ਼ਵਰ ਦੇ ਦਿਨ ਤੇ ਕੇਂਦਰਿਤ ਹੈ। ਇਹ ਨਬੀਆਂ ਵਿੱਚ ਮੁੱਖ ਵਿਸ਼ਾ ਹੈ ਅਤੇ ਇਹ ਵਾਪਰੀਆਂ ਹੋਈਆਂ ਘਟਨਾਵਾਂ ਦਾ ਵਰਣਨ ਕਰਦਾ ਹੈ ਜਦੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਉਣ ਜਾਂ ਬੁਰਾਈ ਦਾ ਨਾਸ਼ ਕਰਨ ਲਈ ਸ਼ਕਤੀਸ਼ਾਲੀ ਢੰਗ ਨਾਲ ਪ੍ਰਗਟ ਹੋਇਆ ਸੀ। ਕੂਚ ਦੀ ਕਿਤਾਬ ਦੀਆਂ ਬਵਾਂ ਬਾਰੇ ਸੋਚੋ, ਪਰ ਨਬੀ ਨੇ ਇਹਨਾਂ ਪਿਛਲੀਆਂ ਘਟਨਾਵਾਂ ਨੂੰ ਭਵਿੱਖ ਦੀ ਵੱਲ ਇਸ਼ਾਰਾ ਕੀਤਾ, ਜਦੋਂ ਪਰਮੇਸ਼ਵਰ ਫਿਰ ਤੋਂ ਆਪਣੇ ਲੋਕਾਂ ਵਿੱਚ ਸਗੋਂ ਕੌਮਾਂ ਵਿੱਚ ਵੀ ਬੁਰਾਈ ਦਾ ਨਾਸ਼ ਕਰੇਗਾ ਅਤੇ ਸਾਰੇ ਸੰਸਾਰ ਲਈ ਮੁਕਤੀ ਲਿਆਵੇਗਾ। ਅਤੇ ਇਸ ਲਈ ਇੱਥੇ ਅਧਿਆਏ 1 ਅਤੇ 2 ਵਿੱਚ ਜੋਇਲ ਨੇ ਦੋ ਇੱਕੋ ਜਿਹੀਆਂ ਕਵਿਤਾਵਾਂ ਨੂੰ ਇਕੱਠਾ ਕੀਤਾ ਹੈ ਜੋ ਇਸ ਵਿਸ਼ੇ ਤੇ ਧਿਆਨ ਕੇਂਦਰਿਤ ਕਰਦੀ ਹੈ। ਸੋ ਅਧਿਆਏ 1 ਯਹੋਵਾ ਦੇ ਬੀਤੇ ਹੋਏ ਦਿਨ ਦੇ ਬਾਰੇ ਹੈ। ਉਹ ਹਾਲ ਹੀ ਵਿੱਚ ਹੋਈ ਤਬਾਹੀ ਦਾ ਜ਼ਿਕਰ ਕਰਕੇ ਸ਼ੁਰੂਆਤ ਕਰਦਾ ਹੈ ਕਿ ਟਿੱਡੀਆਂ ਦੇ ਇੱਕ ਝੁੰਡ ਨੇ ਇਸਰਾਇਲ ਨੂੰ ਤਬਾਹ ਕਰ ਦਿੱਤਾ ਹੈ, ਅਤੇ ਉਸ ਝੁੰਡ ਦਾ ਵਰਣਨ ਮਿਸਰ ਦੇ ਵਿਰੁੱਧ ਯਹੋਵਾ ਦੇ ਦਿਨ ਦੀ ਯਾਦ ਦਿਵਾਉਂਦਾ ਹੈ। ਕੂਚ ਅਧਿਆਏ 10 ਤੋਂ 8ਵੀਂ ਬਵਾ ਨੂੰ ਯਾਦ ਕਰੋ। ਫਰਕ ਸਿਰਫ ਇਹ ਹੈ ਕਿ ਇਸ ਵਾਰ ਟਿੱਡੀਆਂ ਨੂੰ ਇਸਰਾਇਲ ਦੇ ਵਿਰੁੱਧ ਭੇਜਿਆ ਜਾ ਰਿਹਾ ਹੈ, ਅਤੇ ਫਿਰ ਜੋਇਲ ਬਜ਼ੁਰਗਾਂ ਅਤੇ ਜਾਜਕਾਂ ਨੂੰ ਬੁਲਾਉਂਦਾ ਹੈ ਕਿ ਉਹ ਤੋਬਾ ਅਤੇ ਪ੍ਰਾਰਥਨਾ ਵਿੱਚ ਲੋਕਾਂ ਦੀ ਅਗਵਾਈ ਕਰਨ, ਅਤੇ ਫਿਰ ਜੋਇਲ ਸਭ ਜਾਜਕਾਂ ਦੇ ਨਾਲ ਖੁਦ ਵੀ ਤੋਬਾ ਕਰਦਾ ਹੈ। ਅਧਿਆਏ 2 ਵੀ ਨਾਲ ਆਉਂਦਾ ਹੈ ਅਤੇ ਉਸ ਦੀ ਕਾਵ ਰਚਨਾ ਅਤੇ ਪ੍ਰਚਾਰ ਦਾ ਵਹਾਅ ਇੱਕ ਸਮਾਨ ਹੈ। ਜੋਇਲ ਯਹੋਵਾ ਦੇ ਇੱਕ ਹੋਰ ਦਿਨ ਦੀ ਘੋਸ਼ਣਾ ਕਰਦਾ ਹੈ ਜੋ ਇਸ ਵਾਰ ਬੀਤਿਆ ਹੋਇਆ ਦਿਨ ਨਹੀਂ ਸਗੋਂ ਭਵਿੱਖ ਦਾ ਹੈ। ਉਹ ਯਰੂਸ਼ਲਮ ਤੇ ਜਲਦੀ ਆਉਣ ਵਾਲੀ ਤਬਾਹੀ ਹੈ, ਅਤੇ ਉਹ ਉਸ ਦਾ ਵਰਣਨ ਟਿੱਡੀਆਂ ਦੀ ਲਹਿਰ ਦੀ ਤਰ੍ਹਾਂ ਕਰਦੇ ਹੋਏ ਸ਼ੁਰੂਆਤ ਕਰਦਾ ਹੈ, ਪਰ ਉਹ ਸੈਨਾ ਅਤੇ ਬ੍ਰਹਿਮੰਡ ਦੇ ਚਿੱਤਰਾਂ ਦਾ ਪ੍ਰਯੋਗ ਕਰਦਾ ਹੈ। ਟਿੱਡੀਆਂ ਪਰਮੇਸ਼ਵਰ ਦੀ ਸੈਨਾ ਬਣ ਜਾਂਦੀ ਹੈ, ਜਿਸ ਤਰ੍ਹਾਂ ਘੋੜਸਵਾਰ ਅਤੇ ਸੈਨਿਕ ਜੋ ਆਪਣੇ ਰਸਤੇ ਤੇ ਚੱਲਦੇ ਹੋਏ ਸਭ ਕੁਝ ਨਸ਼ਟ ਕਰਦੇ ਜਾ ਰਹੇ ਹਨ, ਅਤੇ ਸੂਰਜ ਕਾਲਾ ਹੋ ਗਿਆ ਹੈ ਅਤੇ ਭੁਚਾਲ ਆਉਂਦੇ ਹਨ। ਅਤੇ ਜੋਇਲ ਕਹਿੰਦਾ ਹੈ, ਯਹੋਵਾ ਦਾ ਦਿਨ ਭਿਆਨਕ ਹੈ, ਕੌਣ ਇਸ ਨੂੰ ਸਹਿ ਸਕਦਾ ਹੈ। ਅਤੇ ਇਸ ਲਈ ਇੱਕ ਵਾਰ ਫਿਰ ਜੋਇਲ ਲੋਕਾਂ ਨੂੰ ਪ੍ਰਾਰਥਨਾ ਅਤੇ ਤੋਬਾ ਕਰਨ ਲਈ ਕਹਿੰਦਾ ਹੈ, ਅਤੇ ਉਹ ਕਹਿੰਦਾ ਹੈ ਕਿਸ ਤਰ੍ਹਾਂ ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ, ਅਤੇ ਆਪਣੇ ਪਰਮੇਸ਼ਵਰ ਵੱਲ ਮੁੜੋ। ਦੂਸਰੇ ਸ਼ਬਦਾਂ ਵਿੱਚ ਜੋਇਲ ਜਾਣਦਾ ਹੈ ਕਿ ਤੋਬਾ ਬਵਾ ਤੋਂ ਬਚਣ ਦਾ ਇੱਕ ਦਿਖਾਵਾ ਹੋ ਸਕਦਾ ਹੈ, ਅਤੇ ਉਹ ਕਹਿੰਦਾ ਹੈ ਕਿ ਪਰਮੇਸ਼ਵਰ ਨੂੰ ਉਸ ਵਿੱਚ ਦਿਲਚਸਪੀ ਨਹੀਂ, ਬਲਕਿ ਉਹ ਚਾਹੁੰਦਾ ਹੈ ਕਿ ਉਸ ਦੇ ਲੋਕ ਸੱਚਮੁੱਚ ਬਦਲਣ ਅਤੇ ਉਹ ਆਪਣੀ ਸਵਾਰਥ ਅਤੇ ਬੁਰਾਈ ਨੂੰ ਰੋਕ ਦੇਣ। ਅਤੇ ਫਿਰ ਜੋਇਲ ਦੱਸਦਾ ਹੈ ਕਿ ਇਸਰਾਇਲ ਨੂੰ ਤੋਬਾ ਕਿਉਂ ਕਰਨੀ ਚਾਹੀਦੀ ਹੈ, ਕਿਉਂਕਿ ਪਰਮੇਸ਼ਵਰ ਦਿਆਲੂ ਅਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਇਆ ਨਾਲ ਭਰਪੂਰ ਹੈ। ਉਹ ਇੱਥੇ ਕੂਚ ਦੀ ਕਿਤਾਬ ਤੋਂ ਹਵਾਲਾ ਦਿੰਦਾ ਹੈ ਕਿ ਸੋਨੇ ਦਾ ਵੱਛਾ ਬਣਾਉਣ ਤੋਂ ਬਾਅਦ ਇਸਰਾਇਲ ਨੂੰ ਪਰਮੇਸ਼ਵਰ ਨੇ ਕਿਸ ਤਰ੍ਹਾਂ ਮੁਆਫ ਕੀਤਾ, ਅਤੇ ਉਸ ਕਹਾਣੀ ਤੋਂ ਜੋਇਲ ਨੇ ਸਿੱਖਿਆ ਕਿ ਪਰਮੇਸ਼ਵਰ ਦੀ ਦਇਆ ਅਤੇ ਪ੍ਰੇਮ ਉਸ ਦੇ ਕ੍ਰੋਧ ਅਤੇ ਦੰਡ ਤੋਂ ਵਧੇਰੇ ਸ਼ਕਤੀਸ਼ਾਲੀ ਹੈ, ਅਤੇ ਇਸ ਲਈ ਉਹ ਤੋਬਾ ਅਤੇ ਪ੍ਰਾਰਥਨਾ ਕਰਨ ਵਿੱਚ ਜਾਜਕਾਂ ਦੀ ਅਗਵਾਈ ਕਰਦਾ ਹੈ ਅਤੇ ਪਰਮੇਸ਼ਵਰ ਨੂੰ ਆਪਣੇ ਲੋਕਾਂ ਤੇ ਤਰਸ ਖਾਣ ਨੂੰ ਕਹਿੰਦਾ ਹੈ। ਅਤੇ ਫਿਰ ਇਹਨਾਂ ਦੋ ਕਵਿਤਾਵਾਂ ਦੇ ਠੀਕ ਬਾਅਦ ਦ੍ਰਿਸ਼ ਬਦਲ ਜਾਂਦਾ ਹੈ ਅਤੇ ਸਾਡੇ ਕੋਲ ਜੋਇਲ ਅਤੇ ਲੋਕਾਂ ਦੀ ਤੋਬਾ ਤੇ ਪਰਮੇਸ਼ਵਰ ਦਾ ਸੰਖੇਪ ਜਵਾਬ ਹੈ। ਪਰਮੇਸ਼ਵਰ ਆਪਣੇ ਦੇਸ਼ ਦੇ ਬਾਰੇ ਜਜ਼ਬਾਤੀ ਹੋਇਆ ਅਤੇ ਉਸਨੇ ਆਪਣੀ ਪ੍ਰਜਾ ਤੇ ਤਰਸ ਖਾਧਾ। ਤਦ ਪਰਮੇਸ਼ਵਰ ਕਹਿੰਦਾ ਹੈ ਕਿ ਯਹੋਵਾ ਇਸ ਦਿਨ ਤੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਉਲਟਾਉਣ ਜਾ ਰਿਹਾ ਹੈ ਅਤੇ ਉਹ ਉਸ ਨੂੰ ਦੰਡ ਤੋਂ ਮੁਕਤੀ ਵਿੱਚ ਬਦਲ ਦੇਵੇਗਾ। ਸੋ ਸਭ ਤੋਂ ਪਹਿਲਾਂ
ਉਹ ਉਹਨਾਂ ਘਾਤਕ ਹਮਲਾਵਰਾਂ ਨੂੰ ਹਰਾਉਣ ਜਾ ਰਿਹਾ ਹੈ ਜੋ ਸੁਭਾਵਿਕ ਤੌਰ ਤੇ ਟਿੱਡੀਆਂ ਸੀ, ਅਤੇ ਉਹਨਾਂ ਨੂੰ ਆਪਣੀ ਹੀ ਬਰਬਾਦੀ ਦੀ ਵੱਲ ਮੋੜ ਦੇਵੇਗਾ। ਅਤੇ ਫਿਰ ਉਹ ਤਬਾਹ ਜ਼ਮੀਨ ਨੂੰ ਬਹਾਲ ਕਰੇਗਾ, ਇਸ ਨੂੰ ਭਰਪੂਰ ਕਰੇਗਾ ਅਤੇ ਫਿਰ ਤੋਂ ਹਰਾ ਭਰਾ ਕਰ ਦੇਵੇਗਾ। ਅਤੇ ਅੰਤ ਵਿੱਚ ਪਰਮੇਸ਼ਵਰ ਕਹਿੰਦਾ ਹੈ ਕਿ ਉਹ ਆਪਣੇ ਲੋਕਾਂ ਦੇ ਵਿਚਕਾਰ ਆਪਣੀ ਈਸ਼ਵਰੀ ਹਜ਼ੂਰੀ ਲਿਆਉਣ ਜਾ ਰਿਹਾ ਹੈ। ਇਹ ਅਸਲੀ ਅਤੇ ਹਰ ਇੱਕ ਲਈ ਉਪਲਬਧ ਹੋਵੇਗੀ। ਹੁਣ ਇਸ ਬਿੰਦੂ ਤੱਕ ਕਵਿਤਾਵਾਂ ਜੋਇਲ ਦੇ ਬਾਰੇ ਪ੍ਰਭਾਵਸ਼ਾਲੀ ਕਹਾਣੀ ਦੱਸ ਰਹੀਆਂ ਹਨ ਕਿ ਉਹ ਇਸਰਾਏਲ ਨੂੰ ਇਹ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਪਾਪ ਤਬਾਹੀ ਅਤੇ ਈਸ਼ਵਰੀ ਦੰਡ ਦਾ ਕਾਰਨ ਬਣੇ, ਅਤੇ ਇਹ ਕਿ ਦਿਆਲੂ ਪਰਮੇਸ਼ਵਰ ਦੇ ਨਾਲ ਹਮੇਸ਼ਾ ਆਸ਼ਾ ਹੈ। ਪਰ ਜੋਇਲ ਇਹਨਾਂ ਸਭ ਪਿਛਲੀਆਂ ਘਟਨਾਵਾਂ ਵਿੱਚ ਯਹੋਵਾ ਦੇ ਆਉਣ ਵਾਲੇ ਦਿਨ ਦੀ ਤਸਵੀਰ ਦੇਖਦਾ ਹੈ, ਅਤੇ ਇਸ ਲਈ ਕਿਤਾਬ ਦੇ ਅੰਤਿਮ ਭਾਗ ਵਿੱਚ ਜੋਇਲ ਨੇ 3 ਹੋਰ ਕਵਿਤਾਵਾਂ ਲਿਖੀਆਂ ਜੋ ਪਰਮੇਸ਼ਵਰ ਦੇ 3 ਭਾਗਾਂ ਦੇ ਜਵਾਬ ਨਾਲ ਮਿਲਦੀਆਂ ਹਨ, ਅਤੇ ਉਹ ਹੋਰ ਭਵਿੱਖਬਾਣੀ ਦੀਆਂ ਕਿਤਾਬਾਂ ਨਾਲ ਵੀ। ਸੋ ਸਭ ਤੋਂ ਪਹਿਲਾਂ ਪਰਮੇਸ਼ਵਰ ਦੀ ਆਪਣੇ ਲੋਕਾਂ ਦੇ ਵਿਚਕਾਰ ਹਜ਼ੂਰੀ ਦੀ ਆਸ਼ਾ ਉਸ ਵਾਅਦੇ ਵਿੱਚ ਵਿਕਸਿਤ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ ਭਵਿੱਖ ਵਿੱਚ ਇੱਕ ਦਿਨ ਪਰਮੇਸ਼ਵਰ ਦਾ ਆਪਣਾ ਆਤਮਾ, ਉਸ ਦੀ ਆਪਣੀ ਹਜ਼ੂਰੀ ਸਿਰਫ ਹੈਕਲ ਵਿੱਚ ਨਹੀਂ ਬਲਕਿ ਉਹਨਾਂ ਦੇ ਸਭ ਲੋਕਾਂ ਵਿੱਚ ਭਰ ਜਾਵੇਗੀ। ਅਤੇ ਜੋਇਲ ਇੱਥੇ ਯਸ਼ਾਇਆ ਅਤੇ ਯਰਮੀਆ ਅਤੇ ਹਿਜ਼ਕੀਏਲ ਦੇ ਵਾਅਦਿਆਂ ਦਾ ਵਰਣਨ ਕਰਦਾ ਹੈ ਕਿ ਪਰਮੇਸ਼ਵਰ ਦਾ ਆਤਮਾ ਉਹਨਾਂ ਦੇ ਲੋਕਾਂ ਨੂੰ ਬਦਲਣ ਅਤੇ ਕਾਬਿਲ ਕਰਨ ਲਈ ਆਵੇਗਾ ਕਿ ਉਹ ਅਸਲ ਵਿੱਚ ਉਸ ਨਾਲ ਪਿਆਰ ਕਰ ਸਕਣ ਅਤੇ ਉਸ ਦੇ ਪਿੱਛੇ ਚੱਲ ਸਕਣ। ਜੋਇਲ ਫਿਰ ਪਰਮੇਸ਼ਵਰ ਦੇ ਵਾਅਦੇ ਨੂੰ ਦੇਖਦਾ ਹੈ ਕਿ ਉਹ ਘਾਤਕ ਹਮਲਾਵਰਾਂ ਦਾ ਸਾਹਮਣਾ ਕਰੇਗਾ, ਅਤੇ ਜੋਇਲ ਇਹਨਾਂ ਵਿਨਾਸ਼ਕਾਰੀ ਟਿੱਡੀਆਂ ਨੂੰ ਆਪਣੇ ਦਿਨਾਂ ਦੀ ਘਮੰਡੀ ਹਿੰਸਕ ਕੌਮਾਂ ਦੇ ਸਮਾਨ ਦੇਖਦਾ ਹੈ ਜੋ ਲੋਕਾਂ ਤੇ ਅਤਿਆਚਾਰ ਕਰਦੇ ਅਤੇ ਉਹਨਾਂ ਨੂੰ ਦਬਾਉਂਦੇ ਹਨ। ਅਤੇ ਇਸ ਲਈ ਉਹ ਯਸ਼ਾਇਆ ਅਤੇ ਸਫਨੀਆ ਅਤੇ ਹਿਜ਼ਕੀਏਲ ਵਿੱਚ ਕੀਤੇ ਯਹੋਵਾ ਦੇ ਆਉਣ ਵਾਲੇ ਦਿਨ ਦੇ ਵਾਅਦਿਆਂ ਦਾ ਵਰਣਨ ਕਰਦਾ ਹੈ, ਜਦੋਂ ਪਰਮੇਸ਼ਵਰ ਸਭ ਕੌਮਾਂ ਦੇ ਵਿੱਚੋਂ ਬੁਰਾਈ ਦਾ ਨਾਸ਼ ਕਰੇਗਾ ਅਤੇ ਉਹਨਾਂ ਦੀ ਹਿੰਸਾ ਨੂੰ ਉਹਨਾਂ ਦੇ ਉੱਪਰ ਲਿਆਵੇਗਾ, ਅਰਥਾਤ ਸਭ ਗੱਲਾਂ ਦਾ ਨਿਆਂ ਕਰੇਗਾ। ਅਤੇ ਅੰਤ ਵਿੱਚ ਜੋਇਲ ਧਰਤੀ ਦੀ ਬਹਾਲੀ ਦੇ ਚਿੱਤਰਾਂ ਨੂੰ ਲੈਂਦਾ ਹੈ, ਅਤੇ ਇੱਥੇ ਉਹ ਸਾਰੀ ਸ੍ਰਿਸ਼ਟੀ ਦੇ ਨਵਾਂ ਹੋਣ ਦੀ ਆਸ਼ਾ ਦੇਖਦਾ ਹੈ। ਇਸ ਲਈ ਉਹ ਯਸ਼ਾਇਆ ਅਤੇ ਹਿਜ਼ਕੀਏਲ ਅਤੇ ਜ਼ਕਰੀਆ ਦੇ ਉਸ ਵਾਅਦੇ ਦੀ ਵੱਲ ਧਿਆਨ ਖਿੱਚਦਾ ਹੈ ਕਿ ਪਰਮੇਸ਼ਵਰ ਦੇ ਨਿਆਂ ਦੇ ਅੰਤਿਮ ਦਿਨ ਦੇ ਬਾਅਦ ਸਾਰੇ ਸੰਸਾਰ ਦੀ ਬਹਾਲੀ ਹੋਵੇਗੀ। ਇੱਕ ਨਵਾਂ ਅਦਨ ਬਾਗ ਹੋਵੇਗਾ ਜਿੱਥੇ ਯਰੂਸ਼ਲਮ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਨਦੀ ਦੀ ਤਰ੍ਹਾਂ ਵਹੇਗੀ ਅਤੇ ਸਾਰੇ ਬ੍ਰਹਿਮੰਡ ਨੂੰ ਫਿਰ ਤੋਂ ਨਵਾਂ ਕਰ ਦੇਵੇਗੀ। ਅਤੇ ਜੋਇਲ ਦੀ ਕਵਿਤਾ ਪਰਮੇਸ਼ਵਰ ਦੀ ਮੁਆਫੀ ਅਤੇ ਦਇਆ ਨਾਲ ਸਮਾਪਤ ਹੁੰਦੀ ਹੈ, ਜਿਸ ਤੋਂ ਇੱਕ ਪੂਰੇ ਨਵੇਂ ਸੰਸਾਰ ਦਾ ਆਰੰਭ ਹੁੰਦਾ ਹੈ। ਅਤੇ ਇਸ ਲਈ ਜੋਇਲ ਦੀ ਇਹ ਛੋਟੀ ਜਿਹੀ ਕਿਤਾਬ ਉਹਨਾਂ ਡੂੰਘੀਆਂ ਗੱਲਾਂ ਦੀ ਖੋਜ ਕਰਦੀ ਹੈ ਕਿ ਕਿਸ ਤਰ੍ਹਾਂ ਮਨੁੱਖਾਂ ਦੇ ਪਾਪ ਅਤੇ ਅਸਫਲਤਾ ਸਾਡੇ ਸੰਸਾਰ ਵਿੱਚ ਭਿਆਨਕ ਤਬਾਹੀ ਲੈ ਕੇ ਆਉਂਦੇ ਹਨ, ਅਤੇ ਕਿਸ ਤਰ੍ਹਾਂ ਪਰਮੇਸ਼ਵਰ ਉਹਨਾਂ ਲੋਕਾਂ ਤੇ ਦਇਆ ਪ੍ਰਗਟ ਕਰਨਾ ਚਾਹੁੰਦਾ ਹੈ ਜੋ ਆਪਣੇ ਪਾਪ ਮੰਨ ਲੈਂਦੇ ਅਤੇ ਮੁਆਫੀ ਮੰਗਦੇ ਹਨ। ਅਤੇ ਕਿਸ ਤਰ੍ਹਾਂ ਅਸੀਂ ਉਸ ਆਸ਼ਾ ਦੀ ਵੱਲ ਵੱਧਦੇ ਹਾਂ ਕਿ ਇੱਕ ਦਿਨ ਪਰਮੇਸ਼ਵਰ ਨਾ ਸਿਰਫ ਇਸ ਸੰਸਾਰ ਤੋਂ ਬੁਰਾਈ ਕੱਢ ਸੁੱਟੇਗਾ ਬਲਕਿ ਸਾਡੇ ਅੰਦਰੋਂ ਵੀ, ਅਤੇ ਆਪਣੀ ਭਲੀ ਹਜ਼ੂਰੀ ਨੂੰ ਸਥਾਪਿਤ ਕਰੇਗਾ ਜਿਸ ਤੋਂ ਸਭ ਕੁਝ ਨਵਾਂ ਹੋ ਜਾਵੇਗਾ। ਅਤੇ ਹੁਣ ਦੇ ਲਈ ਜੋਇਲ ਦੀ ਕਿਤਾਬ ਦੇ ਬਾਰੇ ਬਸ ਇੰਨਾ ਹੀ।